Welcome to our YouTube channel Krishna College Rally. Subscribe and share. हाँ जी प्यारे विद्यार्थियों, सब तो पहला साਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪ੍ਰੋਫੈਸਰ ਸਰਬਜੀਤ ਸਿੰਘ ਸਰਾਂ। ਅੱਜ ਆਪਾਂ ਤੁਹਾਡੇ ਲਈ ਐਮਏ ਪੰਜਾਬੀ ਦੇ ਵਿਦਿਆਰਥੀਆਂ ਲਈ ਜੋ ਜਾਣਕਾਰੀ ਸਾਂਝੀ ਕਰਾਂਗੇ ਉਹ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਤੁਸੀਂ ਸਾਰੇ ਵਿਦਿਆਰਥੀ ਉਹਨਾਂ ਨੂੰ ਬਕਾਇਦਾ ਪਹਿਲੀਆਂ ਕਲਾਸਾਂ ਦੇ ਵਿੱਚ ਪੜ੍ਹ ਚੁੱਕੇ ਹੋ ਅਤੇ ਉਹਨਾਂ ਬਾਰੇ ਜਾਣਕਾਰੀ ਜਿਹੜੀ ਉਹ ਤੁਹਾਡੇ ਜ਼ਿਹਨ ਦੇ ਵਿੱਚ ਹੈ। ਸੋ ਮੇਰੀ ਮੁਰਾਦ ਹੈ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਉਹ ਚਮਕਦਾ ਸੂਰਜ, ਉਹ ਨਾਮ ਸ਼੍ਰੀ ਅਜਮੇਰ ਸਿੰਘ ਔਲਖ ਸਾਹਿਬ। ਵੈਸੇ ਤਾਂ ਪੰਜਾਬੀ ਨਾਟਕ ਦਾ ਜੋ ਇਤਿਹਾਸ ਹੈ ਨਾ, ਉਹ ਕੋਈ ਬਹੁਤਾ ਲੰਬਾ ਚੌੜਾ ਨਹੀਂ, ਜਾਂ ਆਪਾਂ ਕਹਿ ਸਕਦੇ ਕਿ ਬਹੁਤਾ ਪੁਰਾਣਾ ਨਹੀਂ। ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦੇ ਨਾਲ ਪੰਜਾਬੀ ਨਾਟਕ ਦਾ ਮੁੱਢ ਹੈ ਜਿਹੜਾ ਵੱਜਿਆ ਸ਼੍ਰੀਮਤੀ ਨੌਰਾ ਰਿਚਰਡ ਦੀ ਅਗਵਾਈ ਦੇ ਵਿੱਚ। ਭਾਵੇਂ ਉਸ ਤੋਂ ਪਹਿਲਾਂ ਵੀ ਪੰਜਾਬੀ ਨਾਟਕ ਲਿਖੇ ਜਾਂਦੇ ਸਨ, ਖੇਡੇ ਜਾਂਦੇ ਸਨ, ਪਰ ਸਹੀ ਮਾਇਨਿਆਂ ਦੇ ਵਿੱਚ ਜਿਹਨੂੰ ਆਪਾਂ ਆਧੁਨਿਕ ਨਾਟਕ ਕਹਿੰਦੇ ਹਾਂ, ਜਾਂ ਨਾਟਕ ਦੇ ਜੋ ਤੱਤ ਸੀਗੇ ਪੂਰੇ ਸੀ ਸਹੀ ਮਾਤਰਾ ਦੇ ਵਿੱਚ, ਤਾਂ ਉਹ ਨਾਟਕ ਸ਼੍ਰੀ ਨੰਦਾ ਜੀ ਨੇ ਰਚਨੇ ਅਤੇ ਖੇਡਣੇ ਸ਼ੁਰੂ ਕੀਤੇ। ਸੋ ਇੰਨਾ ਕੁ ਲੰਬਾ ਚੌੜਾ ਸਾਡੇ ਪੰਜਾਬੀ ਨਾਟਕ ਦਾ ਇਤਿਹਾਸ ਹੈ। ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਬਲਵੰਤ ਗਾਰਗੀ ਨੂੰ ਜੋ ਪ੍ਰਸਿੱਧੀ ਮਿਲੀ ਹੈ, ਤਾਂ ਉਸ ਤੋਂ ਬਾਅਦ ਉਹ ਪ੍ਰਸਿੱਧੀ ਜੇਕਰ ਕਿਸੇ ਦੇ ਹਿੱਸੇ ਆਈ ਹੈ ਤਾਂ ਉਹ ਸ਼੍ਰੀ ਅਜਮੇਰ ਸਿੰਘ ਔਲਖ ਸਾਹਿਬ ਹਨ, ਜਿਨ੍ਹਾਂ ਦੇ ਨਾਟਕਾਂ ਨੂੰ ਉਹਨਾਂ ਦੇ ਵਿਦਿਆਰਥੀਆਂ ਨੇ, ਪਾਠਕਾਂ ਨੇ, ਦਰਸ਼ਕਾਂ ਨੇ ਬਹੁਤ ਜ਼ਿਆਦਾ ਪੜ੍ਹਿਆ, ਸਲਾਹਿਆ ਅਤੇ ਪਸੰਦ ਕੀਤਾ। ਵੈਸੇ ਵੀ ਕਿਹਾ ਜਾਂਦਾ ਹੈ ਕਿ ਮਾਲਵੇ ਦੀ ਧਰਤੀ ਨੂੰ ਇਹ ਵਰ ਪ੍ਰਾਪਤ ਹੈ, ਇਹ ਵਰਦਾਨ ਪ੍ਰਾਪਤ ਹੈ ਕਿ ਇਹ ਸਾਹਿਤਕਾਰਾਂ ਦੀ ਧਰਤੀ ਹੈ। ਇੱਥੇ ਬਹੁਤ ਉੱਚ ਕੋਟੀ ਦੇ ਸਾਹਿਤਕਾਰ ਨੇ ਜਿਹੜੇ ਉਹ ਪੈਦਾ ਹੋਏ। ਸੋ ਪੰਜਾਬੀ ਮਾਂ ਬੋਲੀ ਦੇ ਇਹ ਮਹਾਨ ਸਪੂਤ ਸ਼੍ਰੀ ਔਲਖ ਸਾਹਿਬ ਦਾ ਜਨਮ 19 ਅਗਸਤ 1942 ਨੂੰ ਪਿੰਡ ਕੁੰਬੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਇੱਕ ਗਰੀਬ ਮੁਜ਼ਾਰਾ ਪਰਿਵਾਰ ਦੇ ਵਿੱਚ ਹੋਇਆ। ਹੁਣ ਤੁਸੀਂ ਸੋਚੋਗੇ ਕਿ ਮੁਜ਼ਾਰਾ ਪਰਿਵਾਰ ਕਿਹੜੇ ਹੁੰਦੇ ਹਨ, ਜਾਣੀ ਕਿ ਇਹ ਉਹ ਪਰਿਵਾਰ ਜੋ ਉਸ ਸਮੇਂ ਸਮਾਜ ਦੇ ਵਿੱਚ ਜੋ ਜਾਗੀਰਦਾਰ ਲੋਕ ਸਨ, ਜਾਗੀਰਦਾਰੀ ਪ੍ਰਥਾ ਜਿਹੜੀ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਸੀ, ਉਹਨਾਂ ਦੀ ਕੁਛ ਭੂਮੀ 'ਤੇ ਖੇਤੀ ਕਰਦੇ ਸਨ ਅਤੇ ਬਹੁਤ ਥੋੜ੍ਹਾ ਹਿੱਸਾ ਜਿਹੜਾ ਉਹ ਇਹਨਾਂ ਪਰਿਵਾਰਾਂ ਦੇ ਹਿੱਸੇ ਆਉਂਦਾ ਸੀ, ਅਤੇ ਬਾਕੀ ਸਾਰਾ ਹਿੱਸਾ ਹੈਗਾ ਜਿਹੜਾ ਉਹ ਉਸ ਜ਼ਿਮੀਂਦਾਰ ਪਰਿਵਾਰ ਦੇ ਹਿੱਸੇ ਹੁੰਦਾ ਸੀ। ਸੋ ਇਹ ਬਚਪਨ ਦੇ ਵਿੱਚ ਹੀ ਔਲਖ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਇਸ ਗੱਲ ਦਾ ਜ਼ਿਕਰ ਉਹਨਾਂ ਨੇ ਇੱਕ ਆਪਣੀ ਕਿਤਾਬ ਹੈ ਉਹਨਾਂ ਦੀ ਭੁੰਨੀ ਹੋਈ ਛੱਲੀ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਹਿਜਾਦ ਹੈ ਜਿਹੜੀ ਲਿਖੀ ਹੈ। ਕਹਿਣ ਤੋਂ ਭਾਵ ਗਰੀਬੀ ਕਹਾਣੀ ਬਣਦਾ ਸੰਤਾਪ ਹੈ ਜਿਹੜਾ ਔਲਖ ਸਾਹਿਬ ਨੇ ਸ਼ੁਰੂ ਦੇ ਵਿੱਚ ਹੀ ਹੰਡਾਉਣਾ ਜਿਹੜਾ ਉਹ ਸ਼ੁਰੂ ਕਰਤਾ ਸੀਗਾ। ਸੋ ਇਹਨਾਂ ਦੇ ਦਾਦਾ ਜੀ ਸ਼੍ਰੀ ਹਰਨਾਮ ਸਿੰਘ ਉਸ ਸਮੇਂ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਰਹਿੰਦੇ ਹੁੰਦੇ ਸਨ, ਜੋ ਖੇਤੀ ਦਾ ਕੰਮ ਕਰਦੇ ਸਨ। ਤਾਂ ਔਲਖ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਇਹਨਾਂ ਦੇ ਪਰਿਵਾਰ ਨੇ ਇੱਥੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਰਹਿਣਾ ਸ਼ੁਰੂ ਕਰ ਦਿੱਤਾ। ਤਾਂ ਔਲਖ ਸਾਹਿਬ ਨੇ ਆਪਣੀ ਮੁੱਢਲੀ ਸਕੂਲੀ ਸਿੱਖਿਆ ਜਿਹੜੀ ਉਹ ਇੱਥੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਹੀ ਕੀਤੀ। 4 ਜਮਾਤਾਂ ਪਾਸ ਕਰਨ ਉਪਰੰਤ ਇਹਨਾਂ ਨੇ ਕਸਬਾ ਭੀਖੀ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਦਾਖਲਾ ਗਾ ਜਿਹੜਾ ਉਹ ਲੈ ਲਿਆ, ਅਤੇ ਇੱਥੋਂ ਇਹਨਾਂ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਹੈ ਜਿਹੜੀ ਆਪਣੀ ਉਹ ਪੂਰੀ ਕੀਤੀ, ਅਤੇ ਉਸ ਤੋਂ ਬਾਅਦ ਸਿੱਖਿਆ ਜੋ ਇਹਨਾਂ ਨੇ ਨਿਰੰਤਰ ਜਾਰੀ ਰੱਖੀ। ਅਤੇ ਮਾਸਟਰ ਡਿਗਰੀ ਕਰਨ ਦੇ ਲਈ ਔਲਖ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਾਖਲਾ ਲਿਆ। ਇੱਥੇ ਅਧਿਆਪਕਾਂ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਯੂਨੀਵਰਸਿਟੀ ਦੇ ਸਾਜ਼ਗਾਰ ਮਾਹੌਲ ਨੇ ਇਹਨਾਂ ਦੇ ਅੰਦਰ ਜੋ ਚਿਣਗ ਸੀ, ਮੋਹ ਸੀ, ਪਿਆਰ ਸੀ, ਮੁਹੱਬਤ ਸੀ, ਉਸ ਨੂੰ ਜਗਾ ਦਿੱਤਾ। ਅਤੇ ਔਲਖ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਆਪਣੀ ਮਾਸਟਰ ਡਿਗਰੀ ਹੈ ਜਿਹੜੀ ਇੱਥੋਂ ਉਹ ਮੁਕੰਮਲ ਕੀਤੀ। ਅਤੇ 1965 ਦੇ ਵਿੱਚ ਇਹਨਾਂ ਨੇ ਬਤੌਰ ਪੰਜਾਬੀ ਅਧਿਆਪਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇੱਥੇ ਪੜ੍ਹਾਉਂਦੇ ਹੋਏ ਜਦੋਂ ਇਹਨਾਂ ਨੂੰ ਯੁਵਕ ਸਭਾਵਾਂ ਵੱਲੋਂ ਬਤੌਰ ਅਧਿਆਪਕ ਨਿਯੁਕਤ ਕੀਤਾ ਗਿਆ, ਯੂਥ ਕਬੱਡੀ
ਦੇ ਤੌਰ ਤੇ ਨਿਯੁਕਤ ਕੀਤਾ ਗਿਆ ਤਾਂ ਇਹਨਾਂ ਨੇ ਵਿਦਿਆਰਥੀਆਂ ਨੂੰ ਨਾਟਕ ਖਿਡਾਉਣੇ ਸ਼ੁਰੂ ਕੀਤੇ ਤੇ ਹੋਰ ਗਤੀਵਿਧੀਆਂ ਦੇ ਵਿੱਚ ਭਾਗ ਲੈਣਾ ਜਿਹੜਾ ਵਿਦਿਆਰਥੀਆਂ ਨੂੰ ਸ਼ੁਰੂ ਕੀਤਾ। ਤਾਂ ਇੱਥੋਂ ਇਹਨਾਂ ਨੂੰ ਅਜਿਹੀ ਚਿੰਗ ਲੱਗੀ ਕਿ ਇਹ ਨਾਟਕਾਂ ਦੇ ਵੱਲ ਇਹਨਾਂ ਦਾ ਰੁਝਾਨ ਹੈ ਜਿਹੜਾ ਉਹ ਹੋ ਗਿਆ ਤੇ ਔਲਖ ਸਾਹਿਬ ਨੇ ਨਾਟਕ ਖੇਡਣੇ ਖਿਡਾਉਣੇ ਨੇ ਜਿਹੜੇ ਉਹ ਸ਼ੁਰੂ ਕੀਤੇ ਤੇ ਇਹ ਸਿਲਸਿਲਾ ਬਦਸਤੂਰ ਇਸੇ ਤਰ੍ਹਾਂ ਨਿਰੰਤਰ ਹੈ ਜਿਹੜਾ ਉਹ ਜਾਰੀ ਰਿਹਾ। ਤੇ ਇਸ ਦੇ ਦੌਰਾਨ ਹੀ ਔਲਖ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਮੈਡਮ ਮਨਜੀਤ ਕੌਰ ਔਲਖ ਜੀ ਹੁੰਦੇ ਨੇ, ਭਾਵ ਇਹਨਾਂ ਦੀ ਸ਼ਾਦੀ ਹੁੰਦੀ ਹੈ ਜੀ। ਅਤੇ ਸ਼ਾਦੀ ਉਪਰੰਤ ਇਹਨਾਂ ਦੇ ਘਰ 3 ਬੇਟੀਆਂ ਪੈਦਾ ਹੁੰਦੀਆਂ ਨੇ। ਤਾਂ ਔਲਖ ਸਾਹਿਬ ਨੇ ਆਪਣੀਆਂ ਬੇਟੀਆਂ ਨੂੰ ਪੁੱਤਾਂ ਦੇ ਵਾਂਗ ਪਾਲਿਆ, ਪੜ੍ਹਾਇਆ ਤੇ ਉਹਨਾਂ ਦੀ ਹਰ ਇੱਛਾ ਜਿਹੜੀ ਉਹ ਪੂਰੀ ਕੀਤੀ। ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਵਸੀਅਤ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੇਰੀ ਮੌਤ ਉਪਰੰਤ ਮੇਰੀ ਚਿਖਾ ਨੂੰ ਅਗਨੀ ਹੈ ਜਿਹੜੀ ਉਹ ਮੇਰੀਆਂ ਧੀਆਂ ਦੇ ਵੱਲੋਂ ਹੀ ਦਿੱਤੀ ਜਾਵੇ, ਜੋ ਵੀ ਉਸ ਸਮੇਂ ਕੋਲ ਹੋਣ। ਤਾਂ ਉਹਨਾਂ ਦੀਆਂ ਧੀਆਂ ਨੇ ਇਹ ਕਾਰਜ ਬਖੂਬੀ ਨਿਭਾਇਆ ਜੀ। ਚਿਖਾ ਨੂੰ ਅਗਨੀ ਵੀ ਦਿੱਤੀ ਤੇ ਅਰਥੀ ਨੂੰ ਮੋਢਾ ਵੀ ਦਿੱਤਾ। ਇੱਥੋਂ ਪਤਾ ਲੱਗਦਾ ਹੈ ਕਿ ਔਲਖ ਸਾਹਿਬ ਕਹਿਣੀ ਤੇ ਕਰਨੀ ਦੇ ਇੱਕ ਸਮਾਨ ਸਨ। ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਵੀ, ਆਪਣੇ ਨਿੱਜੀ ਜੀਵਨ ਦੇ ਵਿੱਚ ਵੀ ਔਰਤ ਨੂੰ ਮਰਦ ਦੇ ਬਰਾਬਰ ਸਥਾਨ ਹੈ ਜਿਹੜਾ ਉਹ ਦਿੱਤਾ। ਸੋ ਜੇਕਰ ਆਪਾਂ ਗੱਲ ਕਰੀਏ ਔਲਖ ਸਾਹਿਬ ਦੇ ਰਚਨਾ ਸੰਸਾਰ ਦੀ ਤਾਂ ਉਹ ਵੀ ਬੜਾ ਵਿਲੱਖਣ ਹੈ। ਬਹੁਤ ਸਾਰਾ ਨਾਟਕਾਂ ਦੀ ਸਿਰਜਣਾ ਜਿਹੜੀ ਇਹਨਾਂ ਨੇ ਕੀਤੀ, ਜਿਸ ਦੇ ਵਿੱਚੋਂ ਇਕਾਂਗੀ ਨਾਟਕ, ਲਘੂ ਨਾਟਕ ਅਤੇ ਪੂਰੇ ਨਾਟਕਾਂ ਦੀ ਸਿਰਜਣਾ ਜਿਹੜੀ ਇਹਨਾਂ ਨੇ ਕੀਤੀ। ਇਕਾਂਗੀ ਨਾਟਕ ਕੀ ਹੁੰਦੇ ਹਨ? ਇਕਾਂਗੀ ਨਾਟਕ ਉਹ ਨਾਟਕ ਜਿਨ੍ਹਾਂ ਦੇ ਵਿੱਚ ਜੀਵਨ ਦੀ ਕਿਸੇ ਅਕਹਿਰੀ ਘਟਨਾ ਦਾ ਵਰਣਨ ਕੀਤਾ ਜਾਂਦਾ ਹੈ। ਜਾਣੀ ਕਿ ਇਕਾਂਗੀ ਸ਼ਬਦ ਅੰਗਰੇਜ਼ੀ ਦੇ ਵਨ ਐਕਟ ਪਲੇ ਦਾ ਪੰਜਾਬੀ ਰੂਪਾਂਤਰ ਹੈ। ਜਾਣੀ ਕਿ ਨਾਟਕ ਦੇ ਨਾਲੋਂ ਇਹਦਾ ਸਮਾਂ ਗਾ ਜਿਹੜਾ ਉਹ ਘੱਟ ਹੁੰਦਾ ਹੈਗਾ। ਥੋੜ੍ਹੇ ਸਮੇਂ ਦੇ ਵਿੱਚ ਕੋਈ ਘਟਨਾ ਜਿਹੜੀ ਇਹ 'ਚ ਉਹ ਪੇਸ਼ ਕੀਤੀ ਜਾਂਦੀ ਹੈ। ਅਜਿਹੇ ਨਾਟਕਾਂ ਨੂੰ ਇਕਾਂਗੀ ਨਾਟਕ ਆ ਜਿਹੜਾ ਉਹ ਕਿਹਾ ਜਾਂਦਾ ਹੈ। ਤਾਂ ਇਹਨਾਂ ਨੇ ਬਹੁਤ ਸਾਰੇ ਨਾਟਕ, ਇਕਾਂਗੀ ਨਾਟਕ, ਲਘੂ ਨਾਟਕ ਨੇ ਜਿਹੜੇ ਰਚੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਹਨ ਅਰਵਦ ਨਰਵਦ ਧੰਦੂਕਾਰਾ, ਇਸ਼ਕਵਾਜ਼ ਨਮਾਜ਼ ਦਾ ਹਜ ਨਹੀਂ, ਭਜੀਆਂ ਬਾਹੀਂ, ਇੱਕ ਰਮੈਣ ਹੋਰ, ਸੁੱਕੀ ਕੁੱਖ, 7 ਬੇਗਾਨੇ, ਕੇਰ ਸਿੰਘ ਦੀ ਮੌਤ, ਸਲਵਾਨ, ਇਕਸੀ ਦਰਿਆ, ਅੰਨੇ ਨਿਸ਼ਾਨਚੀ, ਬਗਾਨੇ ਬੋੜ ਦੀ ਛਾਂ ਆਦਿ ਪ੍ਰਮੁੱਖ ਹਨ। ਇਹਨਾਂ ਦੇ ਸਾਰੇ ਸੰਸਾਰ ਨੂੰ ਪ੍ਰਕਾਸ਼ਨ ਕਰਨ ਦੇ ਲਈ ਚੇਤਨਾ ਪ੍ਰਕਾਸ਼ਨ ਦੇ ਵੱਲੋਂ ਇੱਕ ਬੜਾ ਸੋਹਣਾ ਉਪਰਾਲਾ ਹੈ ਜਿਹੜਾ ਕੀਤਾ ਗਿਆ, ਜਿਨ੍ਹਾਂ ਨੇ ਇਹਨਾਂ ਦੇ ਸਾਰੇ ਨਾਟਕਾਂ ਨੂੰ, ਇਕਾਂਗੀ ਨਾਟਕਾਂ ਨੂੰ ਅਤੇ ਲਘੂ ਨਾਟਕਾਂ ਨੂੰ ਇੱਕ ਸਿਰਲੇਖ ਦੇ ਕੇ ਮੇਰੇ ਸਾਰੇ ਇਕਾਂਗੀ, ਮੇਰੇ ਸਾਰੇ ਲਘੂ ਨਾਟਕ ਦੇ ਤਹਿਤ ਪ੍ਰਕਾਸ਼ਿਤ ਕੀਤਾ ਅਤੇ ਪੂਰੇ ਨਾਟਕਾਂ ਨੂੰ ਵੀ 2 ਕਿਤਾਬਾਂ ਦੇ ਵਿੱਚ ਭਾਗ ਪਹਿਲਾ ਅਤੇ ਭਾਗ ਦੂਜਾ ਦੇ ਵਿੱਚ ਪ੍ਰਕਾਸ਼ਿਤ ਕਰਕੇ 2015 ਦੇ ਵਿੱਚ ਲੋਕ ਅਰਪਣ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ। ਸੋ ਜੇਕਰ ਆਪਾਂ ਗੱਲ ਕਰੀਏ ਔਲਖ ਸਾਹਿਬ ਦੇ ਮਾਨ ਸਨਮਾਨ ਦੀ ਤਾਂ ਉਹ ਵੀ ਬੜੀ ਲੰਬੀ ਸੂਚੀ ਹੈ, ਕਿਉਂਕਿ ਔਲਖ ਸਾਹਿਬ ਸਾਰੀ ਜ਼ਿੰਦਗੀ ਮਨੁੱਖਤਾ ਦੇ ਲਈ, ਆਮ ਲੋਕਾਂ ਦੇ ਲਈ ਲੜਦੇ ਰਹੇ ਨੇ ਅਤੇ ਇਹਨਾਂ ਦਾ ਜੀਵਨ ਆ ਜਿਹੜਾ ਉਹ ਮਿਸਾਲ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਹਨਾਂ ਨੇ ਜਵਾਨ ਆ ਜਿਹੜੀ ਉਹ ਦਿੱਤੀ। ਸੋ ਬਹੁਤ ਸਾਰੇ ਪੁਰਸਕਾਰ ਨੇ ਜਿਹੜੇ ਉਹ ਇਹਨਾਂ ਨੂੰ ਮਿਲੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਹਨ ਸ਼੍ਰੋਮਣੀ ਨਾਟਕਕਾਰ ਐਵਾਰਡ, ਸਾਹਿਤ ਅਕਾਦਮੀ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ D.Litt ਦੀ ਡਿਗਰੀ ਦੇ ਕੇ ਵੀ ਇਹਨਾਂ ਨੂੰ ਸਨਮਾਨਤਾ ਜਿਹੜਾ ਉਹ ਕੀਤਾ ਗਿਆ। ਸੋ ਇੱਕ ਹੋਰ ਵਿਲੱਖਣ ਕਾਰਜ ਔਲਖ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਕੀਤਾ, ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਜਿਹੜੀ ਕੀਤੀ, ਜਿਸ ਦੇ ਤਹਿਤ ਇਹਨਾਂ ਨੇ ਨਾਟਕ ਖੇਡਣੇ ਖਿਡਾਉਣੇ ਨੇ ਜਿਹੜੇ ਉਹ ਸ਼ੁਰੂ ਕੀਤੇ ਅਤੇ ਨਾਟਕ ਨੂੰ ਕਾਲਜਾਂ, ਯੂਨੀਵਰਸਿਟੀਆਂ ਦੀਆਂ ਤੰਗ ਵਿਲੱਗਣਾਂ ਦੇ ਵਿੱਚੋਂ ਕੱਢ ਕੇ ਆਮ ਪਿੰਡਾਂ ਤੱਕ, ਪਿੰਡਾਂ ਦੀਆਂ ਸੱਥਾਂ ਤੱਕ ਲੈ ਕੇ ਗਏ। ਤਾਂ ਇਹਨਾਂ ਦੇ ਨਾਟਕ ਪਿੰਡਾਂ ਦੇ ਵਿੱਚ ਖੇਡੇ ਜਾਣ ਲੱਗੇ। ਸੋ ਉਹ ਇਹਨਾਂ ਦੀ ਜੋ ਸੋਚ ਸੀ ਉਸ 'ਤੇ ਨਿਰੰਤਰ ਪਹਿਰਾ ਹੁਣ ਵੀ ਦਿੱਤਾ ਜਾ ਰਿਹਾ। ਹੁਣ ਵੀ ਹਰ ਸਾਲ ਨਾਟਕ ਮੇਲੇ ਨੇ ਜਿਹੜੇ ਉਹ ਹੁੰਦੇ ਨੇ ਅਤੇ ਇਹਨਾਂ ਦੇ ਨਾਟਕ ਨੇ ਜਿਹੜੇ ਉਹ ਖੇਡੇ ਜਾਂਦੇ ਨੇ। ਜਿੱਥੋਂ ਤੱਕ ਔਲਖ ਸਾਹਿਬ ਦੇ ਨਾਟਕਾਂ ਦੀ ਵਿਸ਼ਿਆਂ ਦੀ ਗੱਲ ਹੈ ਤਾਂ ਇਹਨਾਂ ਨੇ ਜ਼ਿਆਦਾਤਰ ਆਪਣੇ ਨਾਟਕਾਂ ਦੇ ਵਿੱਚ ਸਾਡਾ ਨਿਮਨ ਜੋ ਕਿਸਾਨ ਵਰਗ ਹੈ, ਮੱਧ ਵਰਗੀ ਪਰਿਵਾਰ ਹੈਗੇ ਨੇ, ਸਾਡੇ ਮਜ਼ਦੂਰ ਵਰਗ ਦੇ ਜੋ ਲੋਕ ਹੈਗੇ ਨੇ, ਉਹਨਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਨੇ ਅਤੇ ਉਸ ਤੋਂ ਬਾਅਦ ਜਿਹੜੀ ਰਿਸ਼ਤਿਆਂ ਦੇ ਵਿੱਚ ਟੁੱਟ ਭੱਜ ਹੁੰਦੀ ਹੈ
ਉਹਨਾਂ ਦਾ ਵਰਣਨ ਆ ਜਿਹੜਾ ਆਪਣੇ ਨਾਟਕਾਂ ਦੇ ਵਿੱਚ ਕੀਤਾ। ਔਲਖ ਸਾਹਿਬ ਦਾ ਸਾਰਾ ਜੀਵਨ ਆ ਜਿਹੜਾ ਉਹ ਸੰਘਰਸ਼ੀਲ ਰਿਹਾ। ਜੇਕਰ ਔਲਖ ਸਾਹਿਬ ਆਪਣੇ ਜੀਵਨ ਦੇ 75 ਕੁ ਵਰ੍ਹੇ ਜੀਵੇ ਨੇ ਤਾਂ ਇਹਨਾਂ ਨੇ ਲਗਭਗ 50 ਸਾਲ ਆ ਜਿਹੜਾ ਉਹ ਲੋਕਾਂ ਦੇ ਲਈ ਸੰਘਰਸ਼ ਆ ਜਿਹੜਾ ਉਹ ਕੀਤਾ। ਲੋਕ ਸੰਘਰਸ਼ ਦੇ ਨਾਲ ਜੁੜਿਆ ਹੋਇਆ ਇਹ ਲੋਕ ਨਾਇਕ ਸੰਨ 2008 ਈਸਵੀ ਦੇ ਵਿੱਚ ਇੱਕ ਨਾਮਰਾਦ ਬਿਮਾਰੀ ਕੈਂਸਰ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ। ਤਾਂ ਇੱਕ ਦਹਾਕਾ ਪਰ ਇਹ ਇਸ ਬਿਮਾਰੀ ਦੇ ਨਾਲ ਲੜਦੇ ਰਹਿੰਦੇ ਨੇ। ਅੰਤ 15 ਜੂਨ 2017 ਨੂੰ ਔਲਖ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਜਾਂਦੇ ਨੇ। ਹੁਣ ਔਲਖ ਸਾਹਿਬ ਭਾਵੇਂ ਸਰੀਰਕ ਤੌਰ 'ਤੇ ਤਾਂ ਸਾਡੇ ਕੋਲੋਂ ਚਲੇ ਗਏ ਨੇ, ਪਰ ਉਹਨਾਂ ਦਾ ਰਚਨਾ ਸੰਸਾਰ, ਉਹਨਾਂ ਦੀ ਉਹ ਸੋਚ ਅਤੇ ਉਹਨਾਂ ਦੁਆਰਾ ਤਿਆਰ ਕੀਤਾ ਗਿਆ ਉਹ ਵਿਦਿਆਰਥੀ ਵਰਗ, ਉਹ ਕਲਾਕਾਰ ਅੱਜ ਵੀ ਸਾਡੇ ਦਰਮਿਆਨ ਮੌਜੂਦ ਨੇ ਜੋ ਆਪਣੀ ਸੋਚ 'ਤੇ ਨਿਰੰਤਰ ਪਹਿਰਾ ਦੇ ਰਹੇ ਨੇ ਅਤੇ ਔਲਖ ਸਾਹਿਬ ਦੀ ਸੋਚ ਨੂੰ ਅੱਗੇ ਨਿਭਾ ਰਹੇ ਨੇ। ਅਤੇ ਇਹਨਾਂ ਦੀ ਅਗਵਾਈ ਇਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮਨਜੀਤ ਕੌਰ ਔਲਖ ਜੀ ਬਖੂਬੀ ਕਰ ਰਹੇ ਨੇ। ਸੋ ਵਿਦਿਆਰਥੀਓ, ਇੱਕ ਜਦੋਂ ਇਹਨਾਂ ਦਾ ਸ਼ਰਧਾਂਜਲੀ ਸਮਾਗਮ ਸੀਗਾ ਮਾਨਸਾ ਵਿਖੇ, ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਵੇਖਿਆ ਕਿ ਜਿੱਥੇ ਨਾਮਵਰ ਸ਼ਖਸੀਅਤਾਂ ਸਾਡੇ ਸਾਹਿਤਕਾਰ ਆਏ ਹੋਏ ਸਨ, ਉੱਥੇ ਆਮ ਲੋਕਾਂ ਦਾ ਹਜੂਮ ਹੈ ਜਿਹੜਾ ਉਹ ਆਇਆ ਹੋਇਆ ਸੀ ਅਤੇ ਉਹਨਾਂ ਵੱਲੋਂ ਹੀ ਸਾਰੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਸਨ। ਭਾਵੇਂ ਔਲਖ ਸਾਹਿਬ ਨੇ ਆਪਣੀ ਵਸੀਅਤ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਭੋਗ ਦੀ ਰਸਮ ਹੈ ਜਿਹੜੀ ਹੈ ਨਾ ਉਹ ਨਾ ਕੀਤੀ ਜਾਵੇ, ਲੰਬੇ ਚੌੜੇ ਭਾਸ਼ਣ ਹੈ ਜਿਹੜੇ ਉਹ ਨਾ ਦਿੱਤੇ ਜਾਣ, ਤਾਂ ਬਿਲਕੁਲ ਇੱਦਾਂ ਹੀ ਹੋਇਆ ਅਤੇ ਆਮ ਲੋਕ ਭੁੱਬਾਂ ਮਾਰ ਕੇ ਰੋ ਰਹੇ ਸਨ। ਅਤੇ ਸਾਰੇ ਲੰਗਰ ਦੇ ਪ੍ਰਬੰਧ ਨੇ ਜਿਹੜੇ ਹਨ ਉਹਨਾਂ ਵੱਲੋਂ ਟਰਾਲੀਆਂ ਭਰ ਕੇ, ਟਰੈਕਟਰ ਭਰ ਕੇ ਇੱਦਾਂ ਲਾਏ ਹੋਏ ਸਨ ਕਿ ਪੂਰੀ ਮੰਡੀ ਹੈ ਜਿਹੜੀ ਉਹ ਭਰੀ ਹੋਈ ਸੀ। ਤਾਂ ਇਹ ਲੋਕਾਂ ਦਾ ਹਰਮਨ ਪਿਆਰਾ ਕਲਾਕਾਰ ਸੱਚਮੁੱਚ ਇੰਨਾ ਵੱਡਾ ਪਿਆਰ ਕਿਸੇ ਲੇਖਕ ਦੇ ਹਿੱਸੇ ਸ਼ਾਇਦ ਹੀ ਆਇਆ ਹੋਵੇ ਕਿ ਆਮ ਲਕਾਈ ਆਪਣੇ ਆਪ ਸੜਕਾਂ 'ਤੇ ਉਹਨਾਂ ਦੇ ਪਿਆਰ ਦੀ ਵਧੀ ਹੋਈ ਖੜੀ ਸੀ, ਜਿਸ ਨੂੰ ਵੇਖ ਕੇ ਲੱਗਿਆ ਕਿ ਵਾਕਈ ਜਿਸ ਇਨਸਾਨ ਨੇ ਲੋਕਾਂ ਦੇ ਲਈ ਕੰਮ ਕੀਤਾ, ਸਾਰੀ ਉਮਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦੇ ਵਿੱਚ ਪੇਸ਼ ਕੀਤਾ, ਤਾਂ ਲੋਕਾਂ ਨੇ ਕੋਈ ਕਮੀ ਪੇਸ਼ੀ ਜਿਹੜੀ ਉਹਨਾਂ ਦੇ ਲਈ ਨਹੀਂ ਰੱਖੀ। ਤਾਂ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਉੱਤੇ ਲੋਕਾਂ ਦਾ ਇਹ ਇਕੱਠ ਸੱਚਮੁੱਚ ਉਹਨਾਂ ਦੇ ਸੱਚੇ ਪਿਆਰ ਦੀ ਹਾਮੀ ਭਰਦਾ ਸੀ। ਸੋ ਇਸ ਮਹਾਨ ਨਾਟਕਕਾਰ ਦੇ ਜੀਵਨ ਬਾਰੇ, ਰਚਨਾ ਸੰਸਾਰ ਬਾਰੇ ਜਾਣਕਾਰੀ ਦੇਣ ਦਾ ਮੇਰਾ ਮਕਸਦ ਇਹੀ ਸੀ ਕਿ ਸਾਡੇ ਵਿਦਿਆਰਥੀਆਂ ਨੂੰ ਇਹਨਾਂ ਦੀ ਸੋਚ ਬਾਰੇ, ਇਹਨਾਂ ਦੀ ਵਿਚਾਰਧਾਰਾ ਬਾਰੇ, ਇਹਨਾਂ ਦੇ ਜੀਵਨ ਸੰਘਰਸ਼ ਬਾਰੇ ਪਤਾ ਲੱਗ ਸਕੇ। ਤਾਂ ਉਸ ਤੋਂ ਬਾਅਦ ਹੀ ਆਪਾਂ ਉਹਨਾਂ ਦੀ ਰਚਨਾ ਜਿਹੜੀ ਹੈ ਨਾ ਉਹ ਪੜ੍ਹ ਸਕਦੇ ਹਾਂ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਇਹਨਾਂ ਦਾ ਨਾਟਕ ਸੱਤ ਬਗਾਨੇ ਆ ਜਿਹੜਾ ਉਹ ਪੜ੍ਹ ਰਹੇ ਹਾਂ, ਜਿਸ ਦੇ ਵਿੱਚ ਇਹੀ ਸਮੱਸਿਆ ਜਿਸ 'ਤੇ ਆਪਾਂ ਹੁਣ ਗੱਲ ਕੀਤੀ ਹੈ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਨਿਮਨ ਕਿਸਾਨੀ ਵਰਗ ਦੇ ਜੋ ਸਾਡੇ ਪਰਿਵਾਰ ਹੈਗੇ ਨੇ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ। ਥੋੜ੍ਹੀ ਜ਼ਮੀਨ ਹੋਣ ਕਰਕੇ ਅੱਗੇ ਧੀਆਂ ਪੁੱਤਰਾਂ ਦੇ ਰਿਸ਼ਤੇ ਨੇ ਜਿਹੜੇ ਹਨ ਉਹ ਨਹੀਂ ਹੁੰਦੇ, ਤਾਂ ਉਹ ਦਿਖਾਂਤ ਇਸ ਨਾਟਕ ਦੇ ਵਿੱਚ ਵੀ ਵਾਪਰਦਾ। ਆਪਾਂ ਦੇਖਦੇ ਹਾਂ ਕਿ ਨਾਟਕ ਦੇ ਵਿੱਚ ਬਚਨਾ ਅਤੇ ਭੰਗਾ ਦੋ ਭਰਾ ਹਨ। ਪਹਿਲਾਂ ਤਾਂ ਬਚਨੇ ਦਾ ਵਿਆਹ ਜਿਹੜਾ ਹੈ ਨਾ ਕਿਤੇ ਨਾ ਕਿਤੇ ਉਹ ਨਹੀਂ ਹੁੰਦਾ, ਪਰ ਉਹ ਇੱਕ ਪਿੰਡ ਦੀ ਹੀ ਕੁੜੀ ਜੋ ਝੌਰ ਜਾਤੀ ਦੇ ਨਾਲ ਸੰਬੰਧ ਰੱਖਦੀ ਹੈ ਉਹਦੇ ਨਾਲ ਆਪਣਾ ਵਿਆਹ ਜਿਹੜਾ ਪਿੰਡ ਤੋਂ ਨਾਬਰ ਹੋ ਕੇ ਕਰਵਾ ਲੈਂਦੇ ਨੇ, ਜਿਸ ਦੇ ਦੂਰਗਾਮੀ ਛਿੱਟੇ ਨੇ ਜਿਹੜੇ ਬੜੇ ਭੈੜੇ ਨਿਕਲਦੇ ਨੇ ਅਤੇ ਅਖੀਰ ਤੱਕ ਇਹ ਗੱਲ ਵਾਰ-ਵਾਰ ਅੱਗੇ ਆਉਂਦੀ ਰਹਿੰਦੀ ਹੈ। ਅਤੇ ਉਹਨਾਂ ਦੇ ਘਰੇ ਅੱਗੇ 4 ਪੁੱਤਰ ਨੇ ਜਿਹੜੇ ਉਹ ਜਨਮ ਲੈਂਦੇ ਨੇ, ਧਿੰਦੀ, ਕਰਮਾ, ਨਾਰੀ। ਅਤੇ ਜਦੋਂ ਅੱਗੇ ਉਹਨਾਂ ਦੇ ਪੁੱਤਰਾਂ ਦੇ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਇਹ ਸਮੱਸਿਆ ਵਾਰ-ਵਾਰ ਅੱਗੇ ਆਉਂਦੀ ਹੈ ਕਿ ਉਹਨਾਂ ਨੇ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਜਾਂ ਘੱਟ ਵਰਗ ਦੇ ਨਾਲ ਸੰਬੰਧ ਰੱਖਣ ਹੋਣ ਕਰਕੇ ਇੱਥੋਂ ਤੱਕ ਕਿ ਜੈਕੁਰ ਨੂੰ ਆਪਣੇ ਦਿਓਰ ਭੰਗੇ ਦੇ ਨਾਲ ਸੰਬੰਧ ਵੀ ਸਥਾਪਿਤ ਕਰਨੇ ਪੈਂਦੇ ਨੇ ਕਿ ਜ਼ਮੀਨ ਆ ਜਿਹੜੀ ਪਰਿਵਾਰ ਦੇ ਵਿੱਚ ਹੀ ਰਹਿ ਜਾਵੇ। ਪਰ ਕੁਝ ਅਜਿਹੇ ਪਾਤਰ ਵੀ ਸਾਡੇ ਪਿੰਡਾਂ ਦੇ ਵਿੱਚ ਹੁੰਦੇ ਨੇ, ਜਿਵੇਂ ਇਸ ਨਾਟਕ ਦੇ ਵਿੱਚ ਆਪਾਂ ਦੇਖਦੇ ਕਿ ਚੰਦੂ ਚੁਗਲ ਨਾਂ ਦਾ ਇੱਕ ਪਾਤਰ ਹੈ ਜੋ ਉਹਦੇ ਕੰਨ ਭਰ ਦਿੰਦਾ, ਜਦ ਕਿ ਭੰਗਾ ਇਸ ਗੱਲ ਦੇ ਲਈ ਰਾਜੀ ਹੋ ਜਾਂਦਾ ਕਿ ਉਸਦੇ ਭਤੀਜੇ ਨਾਰੀ ਦਾ ਵਿਆਹ ਮੰਗਣਾ ਜਿਹੜਾ ਹੈ ਨਾ ਉਹ ਹੋ ਜਾਣਾ ਚਾਹੀਦਾ ਕਿ ਮੈਂ ਆਪਣੀ ਜ਼ਮੀਨ ਆ ਜਿਹੜੀ ਉਹਨਾਂ ਦੇ ਨਾਂ ਲਵਾ ਦੇਵਾਂਗਾ। ਪਰ ਜਦੋਂ ਚੰਦੂ ਉਹਦੇ ਕੰਨ ਭਰਦਾ ਕਿ ਬਾਅਦ 'ਚ ਤੁਹਾਨੂੰ ਕੱਲ੍ਹ ਨੂੰ ਕਿਸੇ ਨੇ ਨਹੀਂ ਸਿਆਣਾ, ਇਸ ਲਈ ਤੁਹਾਨੂੰ ਆਪਣਾ ਵਿਆਹ ਜਿਹੜਾ ਉਹ ਕਰਾ ਲੈਣਾ ਚਾਹੀਦਾ, ਤਾਂ ਉਹ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਮੁੱਲ ਦਾ ਸਾਕ ਲਿਆਉਣ ਦੇ ਲਈ ਤਿਆਰ ਹੋ ਜਾਂਦਾ ਹੈ। ਅਤੇ ਜੋ ਨਾਰੀ ਦਾ ਮੰਗਣਾ ਜਿੱਥੇ ਹੋਇਆ ਸੀ ਉਸੇ ਮੰਗ ਨੂੰ ਉਹ ਪੈਸੇ ਦੇ ਜ਼ੋਰ ਦੇ ਨਾਲ ਵਿਆਹ ਲਿਆਉਂਦਾ ਅਤੇ ਜਿਸ ਦੇ ਹੱਥੋਂ ਨਾਰੀ ਉਸ ਦਾ ਕਤਲ ਵੀ ਕਰ ਦਿੰਦਾ ਹੈ। ਅਤੇ ਐਂਡ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਨਾਰੀ ਨੂੰ ਫਾਂਸੀ ਹੈ ਜਿਹੜੀ ਉਹ ਲੱਗ ਜਾਂਦੀ ਹੈ। ਕਹਿਣ ਤੋਂ ਭਾਵ ਰਿਸ਼ਤਿਆਂ ਦੀ ਇਹ ਭੱਜ ਨੱਠ ਜਿੱਥੇ
ਜ਼ਮੀਨ ਦੀ ਸਮੱਸਿਆ ਹੈਗੀ ਆ, ਉੱਥੇ ਇੱਕ ਅੰਤਰਜਾਤੀ ਵਿਆਹ ਦੀ ਸਮੱਸਿਆ ਜਿਹੜੀ ਹੈ ਨਾ ਉਹ ਵੀ ਇਹਦੇ 'ਚ ਪੇਸ਼ ਕੀਤੀ ਹੈ ਕਿ ਭਾਵੇਂ ਉਹਨਾਂ ਦਾ ਪਿਆਰ ਆ ਜਿਹੜਾ ਸੱਚਾ ਸੁੱਚਾ ਸੀ, ਪਰ ਸਾਡੇ ਸਮਾਜ ਨੇ ਹੈ ਨਾ ਉਹਨੂੰ ਮਾਨਤਾ ਨਹੀਂ ਦਿੱਤੀ, ਜਿਸ ਕਰਕੇ ਕਿਤੇ ਨਾ ਕਿਤੇ ਇਹ ਸਮੱਸਿਆ ਵੀ ਨਾਟਕ ਦੇ ਵਿੱਚ ਉਹਨਾਂ ਨੂੰ ਪੇਸ਼ ਆ ਰਹੀ ਹੈ, ਜਿਹਦੇ ਕਰਕੇ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਰੁਕਾਵਟ ਆ ਉਹ ਆ ਰਹੀ ਹੈ। ਸੋ ਵਿਦਿਆਰਥੀਓ, ਇਸੇ ਤਰ੍ਹਾਂ ਨਾਟਕ ਦੇ ਵਿੱਚ ਜੇਕਰ ਆਪਾਂ ਸਿਰਲੇਖ ਦੀ ਗੱਲ ਕਰੀਏ, 7 ਬਗਾਨੇ ਹਨ, ਕੁਝ ਪਾਤਰ ਅਜਿਹੇ ਨੇ ਜੋ ਘਰ ਦੇ ਹੋ ਕੇ 7 ਬਗਾਨਿਆਂ ਵਾਲਾ ਸਲੂਕ ਕਰ ਰਹੇ ਨੇ, ਤੇ ਕੁਝ ਪਾਤਰ ਅਜਿਹੇ ਨੇ ਜੋ 7 ਬਗਾਨੇ ਹੋ ਕੇ ਆਪਣਿਆਂ ਵਰਗਾ ਸਲੂਕ ਆ ਜਿਹੜਾ ਉਹ ਕਰ ਰਹੇ ਨੇ। ਜਿਵੇਂ ਹੁਣ ਆਪਾਂ ਮਿੰਦੋ ਦੀ ਹੀ ਗੱਲ ਲਈਏ, ਉਂਝ ਤਾਂ ਭਾਵੇਂ ਉਹਨਾਂ ਪਰਿਵਾਰ ਦੇ ਨਾਲ ਕੋਈ ਰਿਸ਼ਤਾ ਨਹੀਂ, ਪਰ ਉਹ ਆਪਣੇਪਨ ਦਾ ਅਹਿਸਾਸ ਆ ਜਿਹੜਾ ਹੈ ਨਾ ਉਹ ਵਾਰ-ਵਾਰ ਕਰਾਉਂਦੀ ਆ, ਤੇ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਸਹਾਈ ਹੁੰਦੀ ਹੈ, ਸ਼ਰੀਕ ਹੁੰਦੀ ਹੈ। ਇੱਥੋਂ ਤੱਕ ਉਹਦੇ ਘਰ ਵਾਲਾ ਜਿਹੜਾ ਹੈ ਨਾ ਉਹਨੂੰ ਗਾਲਾਂ ਵੀ ਦਿੰਦਾ, ਪਰ ਫਿਰ ਵੀ ਉਹ ਇੱਕ ਮੋਹ ਪਿਆਰ ਦੇ ਤੌਰ 'ਤੇ ਰਿਸ਼ਤਾ ਹੈਗਾ ਜਿਹੜਾ ਉਹ ਨਿਭਾਉਂਦੀ ਆ। ਤਾਂ ਇਸ ਤਰ੍ਹਾਂ ਔਲਖ ਸਾਹਿਬ ਨੇ ਆਪਣੇ ਇਸ ਨਾਟਕ ਨੂੰ 3 ਐਕਟਾਂ ਦੇ ਵਿੱਚ ਤੇ 8 ਝਾਕੀਆਂ ਦੇ ਵਿੱਚ ਬੜੇ ਸੁਚੱਜੇ ਤਰੀਕੇ ਦੇ ਨਾਲ ਪੇਸ਼ ਆ ਜਿਹੜਾ ਉਹ ਕੀਤਾ। ਸੋ ਅੱਗੇ ਇਸ ਵਿਸ਼ੇ 'ਤੇ, ਇਸ ਨਾਟਕ ਬਾਰੇ ਹੋਰ ਆਲੋਚਨਾਤਮਕ ਅਧਿਐਨ ਆ ਜਿਹੜਾ ਆਪਾਂ ਵੱਖ-ਵੱਖ ਲੈਕਚਰਾਂ ਦੇ ਵਿੱਚ ਕਰਦੇ ਰਹਾਂਗੇ। ਸੋ ਅੱਜ ਦੇ ਲਈ ਇੰਨਾ ਹੀ ਕਾਫੀ ਹੈ ਜੀ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ, ਤੇ ਇਹ ਤੁਹਾਡੇ ਸਿਲੇਬਸ ਦਾ ਹਿੱਸਾ ਵੀ ਨੇ ਤੇ ਜ਼ਿੰਦਗੀ ਦਾ ਹਿੱਸਾ ਵੀ ਨੇ, ਤੇ ਸਾਨੂੰ ਮਾਣ ਹੈ ਮਾਲਵੇ ਤੇ ਜਿੱਥੋਂ ਅਜਿਹੇ ਮਹਾਨ ਸਾਹਿਤਕਾਰ ਪੈਦਾ ਹੋਏ ਨੇ, ਅਜਿਹੇ ਨਾਟਕਕਾਰ ਪੈਦਾ ਹੋਏ ਨੇ ਜਿਨ੍ਹਾਂ ਨੂੰ ਅੱਜ ਅਸੀਂ ਪੜ੍ਹ ਰਹੇ ਹਾਂ, ਤੇ ਆਪਣੇ ਪਿੱਛੇ ਇੱਕ ਅਜਿਹੇ ਵਿਦਿਆਰਥੀ ਵਰਗ ਦੀ ਟੀਮ ਹੈ ਜਿਹੜੀ ਉਹ ਛੱਡ ਕੇ ਗਏ ਨੇ, ਤੇ ਇੱਕ ਸੋਹਣਾ ਸੁਨੇਹਾ ਸਾਡੇ ਨਾਲ ਸਾਂਝਾ ਕਰਕੇ ਗਏ ਨੇ। ਉਮੀਦ ਆ ਸਾਰੇ ਵਿਦਿਆਰਥੀ ਇਸ ਗੱਲ 'ਤੇ ਪਹਿਰਾ ਹੈਗਾ ਜਿਹੜਾ ਹੈ ਨਾ ਉਹ ਜ਼ਰੂਰ ਦਿਓਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।